ਵਿਦੇਸ਼ਾਂ ਵਿੱਚ ਵਸਦਾ ਪੰਜਾਬੀ ਭਾਈਚਾਰਾ ਜਿੱਥੇ ਆਪਣੀ ਮਾਂ ਬੋਲੀ ਦੀ ਹੋਂਦ ਨੂੰ ਬਰਕਰਾਰ ਰੱਖਣ ਲਈ ਯਤਨਸ਼ੀਲ ਹੈ, ਉੱਥੇ ਹੀ ਪੰਜਾਬੀਆਂ ਨੇ ਹਰ ਦੇਸ਼ ਵਿੱਚ ਆਪਣੇ ਪੱਧਰ ਤੇ ਪੰਜਾਬੀ ਭਾਸ਼ਾ ਦਾ ਗਿਆਨ ਦੇਣ ਵਾਲੇ ਸਕੂਲਾਂ ਦਾ ਨਿਰਮਾਣ ਕਰਕੇ ਆਪਣਾ ਰੁਤਬਾ ਤੇ ਵੱਖਰੀ ਪਹਿਚਾਣ ਕਾਇਮ ਕੀਤੀ ਹੈ। ਇੱਕ ਅਜਿਹੇ ਹੀ ਮਕਸਦ ਨੂੰ ਨਾਲ ਲੈ ਕੇ ਅਮਰੀਕਾ ਦੇ ਕੈਲੀਫੋਰਨੀਆ ਵਿੱਚ ਕਲੋਵਿਸ ਗਲੋਬਲ ਅਕੈਡਮੀ ਸਕੂਲ ਦੀ ਸਥਾਪਨਾ ਕੀਤੀ ਗਈ, ਜਿੱਥੇ ਪੰਜਾਬੀ ਕਮਿਊਨਿਟੀ ਦੇ ਲੋਕ ਆਪਣੇ ਬੱਚਿਆਂ ਨੂੰ ਪੰਜਾਬੀ ਤੇ ਸਪੈਨਿਸ਼ ਭਾਸ਼ਾ ਸਿਖਾਉਣ ਦੇ ਨਾਲ ਰੈਗੂਲਰ ਸਟੱਡੀ ਕਰਵਾ ਸਕਦੇ ਨੇ। ਸਰਦਾਰ ਹਰਮੀਤ ਸਿੰਘ ਜਨੇਜਾ ਪਿਛਲੇ ਕਈ ਸਾਲਾਂ ਤੋਂ ਕਲੋਵਿਸ ਗਲੋਬਲ ਅਕੈਡਮੀ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ। ਪੇਸ਼ ਹੈ ਇੱਕ ਵਿਸ਼ੇਸ਼ ਰਿਪੋਰਟ। ਕੈਲੀਫੋਰਨੀਆ ਤੋਂ ਸਾਡੇ ਪੱਤਰਕਾਰ ਕਮਲ ਕੌਰ ਨੇ ਕਲੋਵਿਸ ਗਲੋਬਲ ਅਕੈਡਮੀ ਵਿੱਚ ਬਤੌਰ ਪ੍ਰਿੰਸੀਪਲ ਦੇ ਤੌਰ ਤੇ ਆਪਣੀਆਂ ਸੇਵਾਵਾਂ ਨਿਭਾ ਰਹੇ ਹਰਮੀਤ ਸਿੰਘ ਜਨੇਜਾ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਪੰਜਾਬ ਦੇ ਜਲੰਧਰ ਜ਼ਿਲ੍ਹੇ ਤੋਂ ਸੰਬੰਧਿਤ ਹਰਮੀਤ ਸਿੰਘ ਜਨੇਜਾ 2001 ਵਿੱਚ ਆਪਣੇ ਪਰਿਵਾਰ ਸਮੇਤ ਅਮਰੀਕਾ ਵਿੱਚ ਆ ਵਸੇ ਸਨ, ਜਿੱਥੇ ਉਹਨਾਂ 13-14 ਸਾਲ ਬਤੌਰ ਇੰਜੀਨੀਅਰ ਵਜੋਂ ਸੇਵਾ ਨਿਭਾਈ। ਸੰਨ 2014 ਵਿੱਚ ਕੈਲੀਫੋਰਨੀਆ ਦੇ ਇੱਕ ਹਾਈ ਸਕੂਲ ਵਿੱਚ ਪੜ੍ਹਾਉਣਾ ਸ਼ੁਰੂ ਕੀਤਾ, ਜਿਸ ਤੋਂ ਬਾਅਦ ਉਹ ਹੁਣ ਕਲੋਵਿਸ ਗਲੋਬਲ ਅਕੈਡਮੀ ਵਿੱਚ ਬਤੌਰ ਪ੍ਰਿੰਸੀਪਲ ਵਜੋਂ ਸੇਵਾਵਾਂ ਨਿਭਾ ਰਹੇ ਨੇ। ਇਸ ਮੌਕੇ ਸਕੂਲ ਦੀ ਸਥਾਪਨਾ ਤੇ ਇਸ ਦੇ ਵੱਖ-ਵੱਖ ਪ੍ਰੋਜੈਕਟਸ ਬਾਰੇ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਕਲੋਵਿਸ ਗਲੋਬਲ ਅਕੈਡਮੀ ਨੇ ਆਪਣੇ ਵੱਖ-ਵੱਖ ਪ੍ਰੋਜੈਕਟਸ ਤੇ ਸਿੱਖਿਆ ਦੇ ਖੇਤਰ ਵਿੱਚ ਅਨੇਕਾਂ ਮੱਲਾਂ ਮਾਰੀਆਂ ਨੇ। ਇਹ ਇੱਕ ਸਰਕਾਰੀ ਸਕੂਲ ਹੈ ਜਿੱਥੇ ਬੱਚਿਆਂ ਨੂੰ ਧਾਰਮਿਕ ਸਿੱਖਿਆ ਵੀ ਦਿੱਤੀ ਜਾਂਦੀ ਹੈ। ਇਸ ਅਕੈਡਮੀ ਨੂੰ ਅਮਰੀਕਾ ਦੇ ਪਤਵੰਤੇ ਸੱਜਣਾ ਤੇ ਪੰਜਾਬੀ ਕਮਿਊਨਿਟੀ ਦੇ ਬੋਰਡ ਮੈਂਬਰਾਂ ਦਾ ਵਿਸ਼ੇਸ਼ ਯੋਗਦਾਨ ਪ੍ਰਾਪਤ ਹੈ। ਇਸ ਸਕੂਲ ਵਿੱਚ ਬੱਚੇ ਆਪਣੇ ਪੰਜਾਬੀ ਤੇ ਸਪੈਨਿਸ਼ ਭਾਸ਼ਾ ਦੇ ਗਿਆਨ ਦੇ ਨਾਲ-ਨਾਲ ਰੈਗੂਲਰ ਸਟੱਡੀ ਕਰ ਸਕਦੇ ਨੇ। ਉਹਨਾਂ ਦੱਸਿਆ ਕਿ ਇਹ ਮਾਡਲ ਬਹੁਤ ਕਾਰਗਰ ਹੈ ਤੇ ਹਰ ਤਰ੍ਹਾਂ ਦੇ ਬੱਚਿਆਂ ਲਈ ਕੰਮ ਕਰ ਰਿਹਾ ਹੈ। ਇਸ ਅਕੈਡਮੀ ਵਿੱਚ ਬੱਚੇ ਆਪਣੀ ਰੈਗੂਲਰ ਪੜ੍ਹਾਈ ਦੇ ਨਾਲ-ਨਾਲ ਦੂਜੀਆਂ ਭਾਸ਼ਾਵਾਂ ਦਾ ਵੀ ਗਿਆਨ ਹਾਸਲ ਕਰ ਸਕਦੇ ਨੇ। ਇਨ੍ਹਾਂ ਸਕੂਲਾਂ ਵਿੱਚ ਬੱਚਿਆਂ ਨੂੰ ਆਪਣੀ ਕਮਿਊਨਿਟੀ ਤੇ ਕਲਚਰ ਡਿਵੈਲਪਮੈਂਟ ਦੀ ਸਿੱਖਿਆ ਦਿੱਤੀ ਜਾਂਦੀ ਹੈ। ਕਲੋਵਿਸ ਗਲੋਬਲ ਅਕੈਡਮੀ ਬੱਚਿਆਂ ਨੂੰ ਅੰਗਰੇਜ਼ੀ ਅਤੇ ਸਪੈਨਿਸ਼ ਦੀਆਂ ਦੋ ਸਭ ਤੋਂ ਵੱਧ ਬੋਲੀ ਜਾਣ ਵਾਲੀਆਂ ਭਾਸ਼ਾਵਾਂ ਵਿੱਚ ਦੋ ਭਾਸ਼ਾਵਾਦ ਦਾ ਤੋਹਫਾ ਦਿੰਦੀ ਹੈ। CGA ਇੱਕ ਵਿਲੱਖਣ, ਛੋਟਾ, ਸੁਰੱਖਿਆ ਸਕੂਲ ਸੱਭਿਆਚਾਰ ਪੇਸ਼ ਕਰਦਾ ਹੈ, ਜਿੱਥੇ ਬੱਚੇ ਸਰਬਪੱਖੀ ਵਿਕਾਸ ਲਈ ਇੱਕ ਵਧੀਆ ਮਾਹੌਲ ਵਿੱਚ ਗਿਆਨ ਹਾਸਲ ਕਰ ਰਹੇ ਨੇ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹਰਮੀਤ ਸਿੰਘ ਜਨੇਜਾ ਤੇ ਮੈਂ ਇੱਥੇ ਕਲੋਵਿਸ ਵਿਖੇ ਕਲੋਵਿਸ ਗਲੋਬਲ ਅਕੈਡਮੀ ਚਾਰਟਰ ਸਕੂਲ ਦਾ ਪ੍ਰਿੰਸੀਪਲ ਦੀ ਸੇਵਾ ਕਰਦਾ ਹਾਂ। ਤੇ ਅੱਜ ਬਹੁਤ ਧੰਨਵਾਦ ਤੁਹਾਡਾ, ਤੁਸੀਂ ਇਸ ਪ੍ਰੋਗਰਾਮ ਤੇ ਸਾਨੂੰ ਬੁਲਾਇਆ ਤੇ ਮੌਕਾ ਦਿੱਤਾ ਇਸ ਪ੍ਰੋਜੈਕਟ ਬਾਰੇ ਗੱਲ ਕਰਨ ਦੀ। ਹਾਂਜੀ ਹਰਮੀਤ ਜੀ, ਤੁਹਾਨੂੰ ਅਸੀਂ ਪੁੱਛਣਾ ਚਾਹਾਂਗੇ ਕੁਝ ਸਕੂਲ ਬਾਰੇ, ਅਬਾਊਟ ਦੀ ਐਸਟੈਬਲਿਸ਼ਮੈਂਟ, ਕੀ ਕਨਸੈਪਟ ਸੀ ਮਾਈਂਡ ਵਿੱਚ ਤੇ who thought about it and ਕਿੱਦਾਂ ਇਹ ਸਾਰਾ ਕੁਝ you could put in place? ਹਾਂਜੀ, ਸਕੂਲ ਦਾ ਜੋ ਕਨਸੈਪਟ ਹੈ ਕਾਫੀ ਆਰਗੈਨਿਕਲੀ, ਜਿਸ ਤਰ੍ਹਾਂ ਆਪ ਹੀ ਸੁਭਾਵਿਕ ਡਿਵੈਲਪ ਕੀਤਾ ਹੈ ਕੁਝ ਸਾਲਾਂ ਤੋਂ। ਕੁਝ ਲੋੜ ਸੀਗੀ ਕਮਿਊਨਿਟੀ ਦੇ ਵਿੱਚ। ਅਸੀਂ ਦੇਖਿਆ ਕਿ ਕਲੋਵਿਸ ਜਾਂ ਆਸ-ਪਾਸ ਫ੍ਰੈਸਨੋ ਦੀ ਕਮਿਊਨਿਟੀ ਜਿਹੜੀ ਹੈ ਬਹੁਤ ਡਾਇਵਰਸ ਹੋ ਚੁੱਕੀ ਹੈ ਤੇ ਇੱਥੇ ਕਾਫੀ ਹਰ ਤਰ੍ਹਾਂ ਦੇ ਲੋਕ ਆ ਤੇ ਪੰਜਾਬੀ ਕਮਿਊਨਿਟੀ ਬਹੁਤ ਜ਼ਿਆਦਾ ਹੈ, ਮੌਂਗ ਕਮਿਊਨਿਟੀ ਹੈ, ਹਿਸਪੈਨਿਕ ਆਪਣੇ ਵੀਰ ਭੈਣ ਵੀ ਇੱਥੇ ਰਹਿੰਦੇ ਆ। ਤੇ ਬਹੁਤ ਜ਼ਰੂਰੀ ਹੈ ਕਿ ਜੋ ਐਜੂਕੇਸ਼ਨ ਦੇ ਵਿੱਚ ਇਸ ਤਰ੍ਹਾਂ ਦੀ ਚੋਇਸਿਸ ਹੋਣ ਜਿਹੜੀਆਂ ਕਿ ਪਰਿਵਾਰ ਨੂੰ, ਜੋ ਸਾਡੇ ਜਿਹੜੇ ਇਸ ਤਰ੍ਹਾਂ ਦੇ ਪਰਿਵਾਰ ਆ ਰਹੇ ਨੇ ਉਹਨਾਂ ਲਈ ਇੱਕ ਆਪਸ਼ਨ ਹੋਵੇ ਕਿ ਅਸੀਂ ਬੱਚਿਆਂ ਨੂੰ ਮਲਟੀਪਲ ਜਿੱਦਾਂ ਲੈਂਗੁਏਜਸ ਸਿਖਾ ਸਕਦੇ ਹਾਂ, ਇੱਕ ਦੂਜੇ ਦੇ ਕਲਚਰ ਬਾਰੇ ਜਾਣ ਸਕੀਏ। ਤੇ ਐਜੂਕੇਸ਼ਨ ਤੋਂ ਵਧੀਆ ਕੋਈ ਤਰੀਕਾ ਨਹੀਂ। ਤੇ ਅਸੀਂ ਦੇਖਿਆ ਕਾਫੀ ਜਿੱਦਾਂ ਮਿਸਅੰਡਰਸਟੈਂਡਿੰਗ ਵੀ ਹੁੰਦੀ ਕਈ ਵਾਰੀ ਕਲਚਰਸ ਦੀ, ਆਪਸ 'ਚ ਪਤਾ ਨਹੀਂ ਹੁੰਦਾ ਇੱਕ ਬੱਚੇ ਨੂੰ ਦੂਸਰੇ ਬਾਰੇ ਕਿ ਉਹਨਾਂ ਦੀ ਕੀ ਵੈਲਿਊਜ਼ ਹੈ, ਕੀ ਕਲਚਰਸ ਹੈ। ਸੋ ਸਕੂਲਾਂ 'ਚ ਇਹ ਚੀਜ਼ ਹੋਣੀ ਬਹੁਤ ਜ਼ਰੂਰੀ ਸੀ। ਤੇ ਲੈਂਗੁਏਜ ਜੋ ਹੈ ਇੱਕ ਬਹੁਤ ਹੀ ਸਿੱਧਾ ਤਰੀਕਾ, ਇਟਸ ਅ ਡਾਇਰੈਕਟ ਵੇ ਟੂ ਟੀਚ ਕਲਚਰਲ ਅਵੇਅਰਨੈਸ। ਸੋ ਅਸੀਂ ਸੋਚਿਆ ਕਿ ਕਿਉਂ ਨਾ ਇਸ ਤਰ੍ਹਾਂ ਇੱਕ ਐਜੂਕੇਸ਼ਨ ਦਾ ਮਾਡਲ ਕ੍ਰੀਏਟ ਕੀਤਾ ਜਾਵੇ ਜਿੱਥੇ ਆਪਾਂ ਬੱਚਿਆਂ ਨੂੰ ਇੱਕ ਤਾਂ ਬਹੁਤ ਹਾਈ ਲੈਵਲ ਤੇ ਐਕੈਡੈਮਿਕਲੀ ਵੀ ਪੜ੍ਹਾ ਸਕੀਏ, ਸਟਰੋਂਗ ਐਕੈਡੈਮਿਕਸ ਹੋਣ, ਪਰ ਨਾਲ ਜੋ ਇਹ ਕਲਚਰਲ ਅਵੇਅਰਨੈਸ, ਮਲਟੀਪਲ ਲੈਂਗੁਏਜਸ ਸਿੱਖਣੀਆਂ ਤਾਂ ਕਿ ਬੱਚਾ ਅੰਦਰੋਂ ਵੀ ਪੂਰੀ ਤਰ੍ਹਾਂ ਖੁਸ਼ ਰਹਿ ਸਕੇ, ਉਹਨੂੰ ਕਦੀ ਇਹ ਨਾ ਮਹਿਸੂਸ ਹੋਵੇ ਕਿ ਮੈਨੂੰ ਇੱਥੇ ਫਿਟ ਇਨ ਕਰਨਾ ਪੈਣਾ ਹੈ ਜਾਂ ਆਪਣੀ ਜਿਹੜੀ ਰੂਟਸ ਹੈ ਉਹਨਾਂ ਨੂੰ ਛੱਡਣਾ ਪੈਣਾ। ਸੋ ਇਹ ਕੁਝ ਚੀਜ਼ਾਂ ਨੂੰ ਲੈ ਕੇ ਅਸੀਂ ਜਿਸ ਤਰ੍ਹਾਂ ਅੱਗੇ ਵੱਧਦੇ ਗਏ ਤੇ ਉਹਦੇ ਨਾਲ ਇਹ ਪ੍ਰੋਜੈਕਟ ਜਿਹੜਾ ਹੈ ਅੱਜ ਜੋ ਕਲੋਵਿਸ ਗਲੋਬਲ ਅਕੈਡਮੀ ਬਣਿਆ ਹੈ ਉੱਥੋਂ ਦੀ ਸ਼ੁਰੂਆਤ ਹੋਈ। ਅੱਛਾ, ਤੇ ਹਰਮੀਤ ਜੀ ਇਹ ਦੱਸੋ ਕਿ ਆਪਣੇ ਸਕੂਲ ਦੇ ਬੋਰਡ ਵਿੱਚ ਕੀ ਹੈਗਾ? ਆਈ ਨੋ ਇਟਸ ਰਿਟਨ ਦੈਟ ਇਟਸ ਅ ਚਾਰਟਰ ਸਕੂਲ, ਸੋ ਗਵਰਨਮੈਂਟ ਫੰਡਿੰਗ ਹੈਗੀ ਹੈ ਜਾਂ ਇਟਸ ਅ ਪ੍ਰਾਈਵੇਟ ਫੰਡਿੰਗ ਔਰ it is under public system or private system ਜਾਂ ਫਿਰ ਤੁਹਾਡੀ ਜਿਹੜੀ ਕਮੇਟੀ ਹੈਗੀ ਹੈ
ਬਿਕਾਜ਼ ਵੀ ਹੈਵ ਸੀਨ ਕਿ ਕਈ ਹੋਰ ਸਾਡੇ ਚਾਰਟਰ ਸਕੂਲ ਨੇ ਜਿਹੜੇ ਗੁਰਦੁਆਰੇ ਵੱਲੋਂ ਇਨੀਸ਼ੀਏਟ ਕੀਤੇ ਗਏ ਨੇ ਸੋ ਹਾਊ ਇਜ਼ ਦਿਸ ਡਿਫਰੈਂਟ ਫਰੋਮ ਦੋਜ਼ ਸਕੂਲਸ ਹਾਂਜੀ ਸੋ ਇੱਕ ਤੇ ਜ਼ਰੂਰੀ ਗੱਲ ਸਮਝਣੀ ਕਿ ਚਾਰਟਰ ਸਕੂਲ ਕੈਲੀਫੋਰਨੀਆ 'ਚ ਕੋਈ ਵੀ ਜੋ ਹੋਵੇ ਚਾਰਟਰ ਸਕੂਲ ਉਹ ਪਬਲਿਕ ਸਕੂਲ ਹੈ ਐਕਚੁਅਲੀ ਸੋ ਤੇ ਜੋ ਪਬਲਿਕ ਸਕੂਲ ਉਹਦੇ ਵਿੱਚ ਜਿੱਦਾਂ ਰਿਲੀਜਨ ਤੇ ਐਜੂਕੇਸ਼ਨ ਅਮਰੀਕਾ ਵਿੱਚ ਕੰਪਲੀਟਲੀ ਸੈਪਰੇਟ ਹੈ ਉਹ ਦੋਨੋਂ ਚੀਜ਼ਾਂ ਕਦੀ ਮਿਕਸ ਨਹੀਂ ਕੀਤੀਆਂ ਜਾਂਦੀਆਂ ਸੋ ਅਸੀਂ ਵੀ ਜੋ ਕਲੋਵਿਸ ਗਲੋਬਲ ਅਕੈਡਮੀ ਹੈ ਚਾਰਟਰ ਸਕੂਲ ਹੈ ਸੋ ਇਟਸ ਅ ਪਬਲਿਕ ਸਕੂਲ ਪੂਰਾ ਸਰਕਾਰੀ ਸਕੂਲ ਹੈ ਇੱਥੇ ਕੋਈ ਫੀਸ ਨਹੀਂ ਇਟਸ ਟਿਊਸ਼ਨ ਫ੍ਰੀ ਤੇ ਓਪਨ ਟੂ ਆਲ ਦੂਜੀ ਇਹ ਚੀਜ਼ ਹੈ ਕਿ ਇੱਥੇ ਡਸਨਟ ਮੈਟਰ ਕਿ ਤੁਹਾਡਾ ਐਡਰੈਸ ਕੀ ਹੈ ਤੁਸੀਂ ਕਿਹੜੇ ਸ਼ਹਿਰ 'ਚ ਰਹਿੰਦੇ ਆ ਜਾਂ ਇੱਥੋਂ 20 ਮੀਲ ਦੂਰ ਰਹਿੰਦੇ ਆ ਜਾਂ 2 ਮੀਲ ਦੂਰ ਰਹਿੰਦੇ ਆ ਤੁਸੀਂ ਇਹ ਸਕੂਲ ਅਟੈਂਡ ਕਰ ਸਕਦੇ ਹੋ ਤੇ ਚਾਰਟਰ ਸਕੂਲ ਜਿਹੜੇ ਸਾਰੇ ਕੈਲੀਫੋਰਨੀਆ ਜਿਹਨੇ ਦੇ ਆਰ ਰਨ ਬਾਈ ਨਾਨ ਪ੍ਰੋਫਿਟਸ ਸੋ ਅਸੀਂ ਵੀ 100% ਨਾਨ ਪ੍ਰੋਫਿਟ ਹੈ ਤੇ ਸਾਡਾ ਜਿਹੜਾ ਬੋਰਡ ਹੈ ਉਹਦੇ ਤੇ ਐਕਚੁਅਲੀ ਕਾਫੀ ਚੰਗਾ ਕਮਿਊਨਿਟੀ ਦੇ ਜਿਹੜੇ ਪਤਵੰਤੇ ਸੱਜਣ ਇਹਨਾਂ ਦਾ combination ਹੈ we have Dr. Alfredo Cuellar who's a retired professor from Fresno State Dr. Charles Merritt who is a coordinator of bilingual authorization at Fresno Pacific Verna Santos she is a long time lawyer in the community ਤੇ ਦੋ ਆਪਣੇ ਜੋ ਪੰਜਾਬੀ ਕਮਿਊਨਿਟੀ ਤੋਂ ਬੋਰਡ ਮੈਂਬਰਸ ਅਨੂਪ ਸਿੰਘ ਤੇ ਕਿਰਨਜੋਤ ਹੁੰਦਲ ਸੋ ਇਟਸ ਅ ਨਾਈਸ mix of community members on our board. Okay. That's really nice to know that it's a big mix. Usually sometimes people have this misconception ki it's a Khalsa school or a Punjabi school or a charter school. Is it in public or private? But of course it is a public school. Thanks for sharing that with us. Kyunki a lot of people have some misunderstanding as you correctly said. And ਜਾਣ ਕੇ ਬਹੁਤ ਖੁਸ਼ੀ ਹੋਈ ਕਿ ਬੱਚੇ ਆਪਣੇ ਪੰਜਾਬੀ ਐਂਡ ਸਪੈਨਿਸ਼ ਦੇ ਨਾਲੋਂ ਨਾਲ ਆਪਣੀ ਜਿਹੜੀ ਰੈਗੂਲਰ ਐਜੂਕੇਸ਼ਨ ਜਿਹਨੂੰ ਅਸੀਂ ਕਹਿੰਦੇ ਹਾਂ ਸਕੂਲ ਵਿੱਚ ਜਾ ਕੇ ਸਟਾਰਟਿੰਗ ਫਰਮ ਕਿੰਡਰਗਾਰਟਨ ਟਿਲ 8th ਗ੍ਰੇਡ ਕਰ ਸਕਦੇ ਨੇ ਸੇ ਨਾਓ ਵੀ ਵੁੱਡ ਲਾਈਕ ਟੂ ਨੋ ਕੁਝ ਕਰਿਕੂਲਮ ਬਾਰੇ ਤੁਸੀਂ ਦੱਸੋ ਕਿ ਇਜ਼ ਇਟ ਗੋਇੰ ਬੀ ਆਫ ਕੋਰਸ again the same thing may arise that is it going to be as same curriculum as if my kid will go to a school jithe Spanish te and Punjabi elective nahi hai but mostly I'm thinking that is still the same. जी बहुत ज़रूरी सवाल ये है अंडरस्टैंड करनी सो क्लोविस ग्लोबल अकेडमी जेड़ा इट्स अ डुअल इमर्जन स्कूल सो डुअल इमर्जन स्कूल जो एक कॉन्सेप्ट है ये कोई नवी चीज़ नहीं है काफ़ी देर तो एजुकेशन 'ਚ ਇਹ ਚੀਜ਼ ਚੱਲ ਰਹੀ ਹੈ ਪਰ ਕਈ ਥਾਵਾਂ ਤੇ ਹਜੇ ਆਪਾਂ ਪਿੱਛੇ ਹਾਂ ਥੋੜਾ ਸੋ ਈਵਨ ਅਮਰੀਕਾ ਦੇ ਵਿੱਚ ਇਸ ਤਰ੍ਹਾਂ ਦੇ 2000 ਸਕੂਲ ਨੇ ਜਿੱਥੇ ਡੂਅਲ ਇਮਰਜਨ ਸਕੂਲ 'ਚ ਕੀ ਹੁੰਦਾ ਹੈ ਕਿ ਦੋ ਲੈਂਗੁਏਜਸ ਲਿੱਤੀਆਂ ਜਾਂਦੀਆਂ ਜਿਵੇਂ ਇੱਥੇ ਇੰਗਲਿਸ਼ ਤੇ ਸਪੈਨਿਸ਼ ਬੱਚਿਆਂ ਨੂੰ ਕੁਝ ਸਮਾਂ ਉਹੀ ਸਬਜੈਕਟ ਜਿਹੜੇ ਬੱਚਿਆਂ ਨੂੰ ਕੁਝ ਸਮਾਂ ਸਬਜੈਕਟ ਜਿਹੜੇ ਹੈ ਉਹ ਇੰਗਲਿਸ਼ ਪੜ੍ਹਾਏ ਜਾਂਦੇ ਹੈ ਤੇ ਕੁਝ ਸਮਾਂ ਜਿਹੜੇ ਸਬਜੈਕਟਸ ਹੈ ਉਹ ਦੂਸਰੀ ਟਾਰਗੇਟ ਲੈਂਗੁਏਜ ਉਹ ਜਿਵੇਂ ਸਾਡੇ ਕੇਸ 'ਚ ਸਪੈਨਿਸ਼ 'ਚ ਹੈ ਕਈ ਥਾਵਾਂ ਤੇ ਇੰਗਲਿਸ਼ ਦੇ ਨਾਲ ਚਾਈਨੀਜ਼ ਦੇ ਡੂਅਲ ਇਮਰਜਨ ਪ੍ਰੋਗਰਾਮ ਹੈਗੇ ਨੇ ਜਾਂ ਜਰਮਨ ਹੈਗੇ ਨੇ ਇਸ ਤਰ੍ਹਾਂ ਡਿਪੈਂਡ ਕਰਦਾ ਆਪਣੀ ਨੀਡ ਤੇ ਸੋ ਅਸੀਂ ਸਪੈਨਿਸ਼ ਤਾਂ ਚੂਜ਼ ਕੀਤੀ ਕਿਉਂਕਿ ਇੱਕ ਤਾਂ ਕੈਲੀਫੋਰਨੀਆ 'ਚ ਬਹੁਤ ਲੋੜ ਹੈ ਸਪੈਨਿਸ਼ ਦੀ ਬਹੁਤ ਇੰਪਲੋਇਰਸ ਜਿਹੜੇ ਨੇ ਉਹ ਡਿਮਾਂਡ ਕਰਦੇ ਕਿ ਬੱਚਿਆਂ ਨੂੰ ਐਟਲੀਸਟ ਦੋ ਲੈਂਗੁਏਜਸ ਆਉਂਦੀਆਂ ਹੋਣ ਬਾਇਲਿੰਗੁਅਲ ਹੋਣ ਤੇ ਸਪੈਨਿਸ਼ 21 ਕੰਟਰੀਜ਼ 21 ਦੇਸ਼ਾਂ ਦੇ ਵਿੱਚ ਬੋਲੀ ਜਾਂਦੀ ਹੈ ਸੋ ਬੱਚਿਆਂ ਲਈ ਬਹੁਤ ਓਪਰਚੁਨਿਟੀਜ਼ ਖੁੱਲ੍ਹ ਜਾਂਦੀਆਂ ਪਰ ਅਸੀਂ ਇਹ ਤੋਂ ਵੀ ਇੱਕ ਸਟੈਪ ਅੱਗੇ ਚਲੇ ਗਏ ਸੋ ਅਸੀਂ ਡੂਅਲ ਇਮਰਜਨ ਦੇ ਨਾਲ ਇੱਕ ਹੋਰ ਚੀਜ਼ ਇੱਕ ਫਰੇਮਵਰਕ ਸ਼ੁਰੂ ਕੀਤਾ ਆਪਣੇ ਸਕੂਲ 'ਚ ਜਿਹਨੂੰ ਅਸੀਂ ਗਲੋਬਲ ਕਲਚਰਸ ਕਹਿੰਦੇ ਹਾਂ ਸੋ ਗਲੋਬਲ ਕਲਚਰਸ ਦੇ ਵਿੱਚ ਅਸੀਂ ਹੁਣ ਇਸ ਟਾਈਮ ਜਿਵੇਂ ਪੰਜਾਬੀ ਦੀ ਇਲੈਕਟਿਵ ਕਲਾਸ ਆਫਰ ਹੁੰਦੀ ਹੈ ਜੋ ਬੱਚੇ ਚਾਹਣ ਉਹ ਪੰਜਾਬੀ ਦੀ ਕਲਾਸ ਲੈ ਸਕਦੇ ਆ ਹਰ ਗ੍ਰੇਡ 'ਚ ਕਿੰਡਰਗਾਰਟਨ ਤੋਂ ਲੈ ਕੇ 8ਵੀਂ ਤੱਕ ਸਾਡਾ ਸਕੂਲ ਹੈ ਤੇ ਸੋ ਇਹਦਾ ਡਿਫਰੈਂਸ ਕਰਿਕੂਲਮ ਦਾ ਜਿਹੜਾ ਸਟੈਂਡਰਡਸ ਹੈ ਹਰ ਸਕੂਲ ਜੋ ਪਬਲਿਕ ਸਕੂਲ ਹੈ ਉਹਨੂੰ ਕਾਮਨ ਕੋਰ ਸਟੇਟ ਸਟੈਂਡਰਡਸ ਮੀਟ ਕਰਨਾ ਪੈਂਦਾ ਸੋ ਅਸੀਂ ਵੀ ਸੇਮ ਔਰ ਬੈਟਰ ਕਰਾਂਗੇ ਕਿਉਂਕਿ ਇਸ ਪ੍ਰੋਗਰਾਮ ਦੇ ਵਿੱਚ ਬੱਚਾ ਸਿਰਫ ਆਪਣੇ ਰੈਗੂਲਰ ਸਬਜੈਕਟਸ ਦੇ ਨਾਲ ਐਕਚੁਅਲੀ ਹਰ ਬੱਚਾ ਜਿਹੜਾ ਹੈ ਉਹ ਸਿਰਫ ਇੰਗਲਿਸ਼ ਨਹੀਂ ਨਾਲ ਉਹ ਸਪੈਨਿਸ਼ ਵੀ ਕਰ ਰਿਹਾ ਸੋ ਐਕਚੁਅਲੀ ਰਿਗਰਸ ਪ੍ਰੋਗਰਾਮ ਹੈ ਐਕੈਡੈਮਿਕਲੀ ਹੋਰ ਵੀ ਰਿਗਰਸ ਹੈ ਇਹਦੇ 'ਚ ਬੱਚੇ ਜਿਹੜੇ ਹੈ ਰਿਸਰਚ ਦੱਸਦੀ ਹੈ ਕਿ ਪਿਛਲੇ ਕਿੰਨੇ ਸਾਲਾਂ ਤੋਂ 30+ ਇਅਰਸ ਤੋਂ ਜਿਹੜੀ ਰਿਸਰਚ ਹੋ ਰਹੀ ਹੈ ਉਹ ਦੱਸ ਰਹੀ ਹੈ ਕਿ ਜਿਹੜੇ ਬੱਚੇ ਡੂਅਲ ਇਮਰਜਨ ਸਕੂਲ 'ਚ ਪੜ੍ਹਦੇ ਆ ਜਦੋਂ ਆਪਾਂ 4th 5ਵੀਂ 'ਚ ਜਾ ਕੇ ਉਹਨਾਂ ਦੇ ਰਿਜ਼ਲਟ ਕੰਪੇਅਰ ਕਰਦੇ ਹਾਂ ਉਹ ਹਰ ਖੇਤਰ ਦੇ ਵਿੱਚ ਹਰ ਫੀਲਡ ਦੇ ਵਿੱਚ ਮੈਥ ਰੀਡਿੰਗ ਅਸੈਸਮੈਂਟਸ ਉਹ ਆਪਣੇ ਨਾਲ ਦੇ ਹਾਣ ਦੇ ਜਿਹੜੇ ਬੱਚੇ ਨੇ ਜਿਹੜੇ ਸਿਰਫ ਇੰਗਲਿਸ਼ ਓਨਲੀ ਸਕੂਲਸ ਜਾਂਦੇ ਆ ਉਹਨਾਂ ਨਾਲੋਂ ਬੈਟਰ ਪਰਫਾਰਮ ਕਰਦੇ ਨਾਈਸ ਸੋ ਇਹ ਡੇਟਾ ਜਿਹੜਾ ਅਵੇਲੇਬਲ ਹੈ ਮਤਲਬ ਮੈਂ ਆਪਣੇ ਵੱਲੋਂ ਨਹੀਂ ਇਹ ਚੀਜ਼ ਕਹਿ ਰਿਹਾ ਸੋ ਇਹ ਕੋਈ ਨਵੀਂ ਚੀਜ਼ ਨਹੀਂ ਹੈ ਬਹੁਤ ਸਾਲਾਂ ਦੀ ਹੋ ਰਹੀ ਹੈ ਪਰ ਇਹ ਹੈ ਕਿ ਆਪਾਂ ਨੂੰ ਕਈ ਵਾਰੀ ਜਿਵੇਂ ਇਸ ਚੀਜ਼ ਦਾ ਪਤਾ ਸੋ ਇਹ ਮਾਡਲ ਬਹੁਤ ਹੀ ਕਾਮਯਾਬ ਹੈ
ਇਹ ਹਰ ਤਰ੍ਹਾਂ ਦੇ ਬੱਚਿਆਂ ਲਈ ਕੰਮ ਕਰਦਾ ਡਜ਼ਨਟ ਮੈਟਰ ਕਿ ਹੁਣ ਜੋ ਕਈ ਬੱਚੇ ਸਪੈਨਿਸ਼ ਨਹੀਂ ਕਰ ਬੋਲਦੇ ਉਹ ਕੁਐਸਚਨ ਹੁੰਦਾ ਵੀ ਅਸੀਂ ਕਿੱਦਾਂ ਸਿਖਾਵਾਂਗੇ ਤਾਂ ਬਹੁਤ ਹੁਣ ਸਾਡੇ ਬੋਰਡ ਪ੍ਰੈਜ਼ੀਡੈਂਟ ਡਾਕਟਰ ਮੈਰਿਟ ਉਹ ਪੋਲੋ ਆਲਟੋ ਦੇ ਵਿੱਚ ਡੋਲ ਇਮਰਜੈਂਟ ਸਕੂਲ ਉਹਨਾਂ ਨੇ ਚਲਾਇਆ 17 18 20 ਸਾਲ ਉੱਥੇ ਰਹੇ ਉੱਥੇ ਬਹੁਤ ਸਾਰੇ ਪੰਜਾਬੀ ਬੱਚੇ ਇਹਨਾਂ ਇਹੋ ਜਿਹੇ ਸਕੂਲਾਂ 'ਚ ਕਾਮਯਾਬ ਹੋਏ ਬਹੁਤ ਰਾਈਟ ਆਫ ਕੋਰਸ ਯਾ ਅਸੀਂ ਵੀ ਸੁਣਿਆ ਹੈਗਾ ਕਿ ਕਾਫੀ ਕੈਲੀਫੋਰਨੀਆ ਦੇ ਵਿੱਚ ਬਿਕਾਜ਼ ਐਜ਼ ਅ ਕੈਲੀਫੋਰਨੀਅਨ ਮਾਈਸੈਲਫ Punjabi and Spanish is a very, very great combination. Of course, ਜਿੱਦਾਂ ਤੁਸੀਂ ਕਿਹਾ, a lot of employers are. It's a great resource. And ਜਦੋਂ ਬੱਚੇ ਦੋ ਵੱਖ-ਵੱਖ languages concept ਜਿੱਦਾਂ ਤੁਸੀਂ ਕਹਿ ਰਹੇ ਹੋ, core ਤੁਹਾਡਾ math ਹੋ ਗਿਆ, science, social studies ਵਿੱਚ educated ਹੁੰਦੇ ਨੇ, so definitely ਉਹਨਾਂ ਦਾ ਜਿਹੜਾ acumen ਹੈ ਉਹ ਵੱਧ ਜਾਂਦਾ ਹੈ, ਉਹਨਾਂ ਦੀ intelligence and IQ level. Sometimes, I mean, I'm not saying IQ, but maybe learners thing has to be a little bit higher than the regular kids ਜਿਹੜੇ ਕਿ ਇੱਕੋ ਹੀ language ਵਿੱਚ different concepts ਸਮਝ ਰਹੇ ਨੇ। ਹਾਂਜੀ, ਉਹਨਾਂ ਦੀ brain ਜਿਹੜੀ ਆ neural networks ਜਿਹੜੇ brain ਦੇ ਆ ਜੀ ਉਹ ਹੋਰ develop ਕਰਦੇ ਆ strongly। ਜੀ। So you know ਇੱਕ ਆਮ ਬੱਚਾ ਜਿਹਨੇ ਇੱਕ ਗੁਲਾਬ ਦਾ ਫੁੱਲ ਦੇਖਣਾ ਉਹਨੇ ਕਹਿਣਾ flower, ਉਹਦੇ brain 'ਚ ਆਉਂਦਾ flower, rose। ਪਰ ਜਿਹੜਾ ਬੱਚਾ multiple languages ਸਿੱਖ ਰਿਹਾ ਹੈ, ਸਪੈਨਿਸ਼ ਵੀ ਨਾਲ ਉਹਦੇ ਪੰਜਾਬੀ ਦਾ ਵੀ ਐਕਸਪੋਜ਼ਰ ਹੈ ਜਿੱਦਾਂ ਇੰਗਲਿਸ਼, ਉਹਦੇ ਅੰਦਰ ਹੋਰ ਤਰ੍ਹਾਂ ਦੀ ਇੱਕ ਪਿਕਚਰ ਬਣਨੀ ਉਹਦੇ ਮਾਈਂਡ ਦੇ ਵਿੱਚ। ਗੁਲਾਬ ਹੈ, ਗੁਲਾਬ ਦੀ ਨਜ਼ਾਕਤ ਹੈ, ਉਹਦੀ ਮਹਿਕ ਹੈ। ਤੇ ਜਿਹੜੀ ਇੰਗਲਿਸ਼ ਅਗੇਨ ਨਾਟ ਟੂ ਕਿ ਵੀ ਆਫ ਕੋਰਸ ਆਪਾਂ ਇੰਗਲਿਸ਼ ਤੇ ਸਿੱਖਣੀ ਹੈ ਕਿਉਂਕਿ ਇਹ ਆਪਣਾ ਸਾਇੰਸ ਵਰਲਡ ਇੰਜੀਨੀਅਰਿੰਗ ਐਵਰੀ ਟਾਈਪ ਆਫ ਐਜੂਕੇਸ਼ਨ ਫੀਲਡ ਉਹਦੇ ਵਿੱਚ ਇੰਗਲਿਸ਼ ਇਜ਼ ਦ ਲੈਂਗੁਏਜ ਸੋ ਯੂ ਵਾਂਟ ਯੂਰ ਚਾਈਲਡ ਟੂ ਬੀ ਸਕਸੈਸਫੁਲ। ਪਰ ਜਿਹੜੀ ਜਿਹਨੂੰ ਆਪਾਂ ਕਹਿੰਦੇ ਆ ਨਜ਼ਾਕਤ ਜੋ ਇੱਕ ਲੈਂਗੁਏਜ ਦੀ ਜਿਹੜੀ ਅਮੀਰੀ ਜਿਹੜੀ ਡੈਪਥ ਜਿਹੜਾ ਹਾਰਟ ਹੈ ਉਹ ਜਿੱਦਾਂ ਆਪਾਂ ਸਮਝਦੇ ਜਿੱਦਾਂ ਪੰਜਾਬੀ 'ਚ ਜੋ ਚੀਜ਼ ਹੈ ਉਹ ਨਹੀਂ ਹੈ ਇੰਗਲਿਸ਼ ਜਾਂ ਈਵਨ ਸਪੈਨਿਸ਼ ਦੇ ਵਿੱਚ ਉਹ ਚੀਜ਼ ਜ਼ਿਆਦਾ ਹੈ ਜਿਹੜੀ ਥੋੜੀ ਡੈਪਥ ਜਿਹੜੀ ਹੈ ਦਾ ਹਾਰਟ ਜਿਹੜੀ ਫੀਲਿੰਗਸ ਉਹ ਥੋੜੀਆਂ ਜ਼ਿਆਦਾ ਨੇ। ਸੋ ਉਹ ਬੱਚੇ ਨੂੰ ਬਹੁਤ ਸੋਹਣਾ ਜਿਸ ਤਰ੍ਹਾਂ ਐਕਸਪੋਜ਼ਰ ਮਿਲਦਾ ਹੈ ਇਸ ਚੀਜ਼ ਦਾ। And we would also like to ask you, Harmeet ji, ke enrollment the key procedure hai. Is it? I know ki when I came in 16th April, no, tusi school khol rahe ho till 15th you're enrolling. So how is the normal enrollment? Do they come and apply here, or it's the same as the public system? ਹਾਂਜੀ, ਸੋ ਇਹ ਪਬਲਿਕ ਸਕੂਲ ਹੋਣ ਕਰਕੇ ਇੱਕ ਤਾਂ ਸਾਰਿਆਂ ਨੂੰ ਜੀ ਆਇਆਂ ਨੂੰ there is no testing, ਕੋਈ ਕ੍ਰਾਈਟੇਰੀਆ ਨਹੀਂ ਹੈਗਾ ਵੀ ਕੌਣ ਇੱਥੇ ਆ ਸਕਦਾ ਕੌਣ ਨਹੀਂ ਆ ਸਕਦਾ, ਓਪਨ ਟੂ ਆਲ। ਅਗੇਨ ਕੋਈ ਫੀਸ ਨਹੀਂ, ਟਿਊਸ਼ਨ ਫ੍ਰੀ। ਯੂਜੂਲੀ ਅਸੀਂ ਜਿੱਦਾਂ ਦਸੰਬਰ ਦੇ ਆਸ-ਪਾਸ ਇੱਕ ਐਡਮਿਸ਼ਨਸ ਵਿੰਡੋ ਖੋਲ੍ਹਦੇ ਹਾਂ। ਹੁਣ ਇਸ ਟਾਈਮ ਸਾਡੀ ਐਡਮਿਸ਼ਨਸ ਵਿੰਡੋ ਅਗਲੇ ਸਾਲ ਲਈ ਖੁੱਲ੍ਹੀ ਹੋਈ ਹੈ, ਸੋ 15 ਅਪ੍ਰੈਲ ਤੱਕ 15 ਅਪ੍ਰੈਲ ਤੱਕ ਉਹ ਵਿੰਡੋ ਖੁੱਲ੍ਹੀ ਹੈ। ਤੇ ਸਾਡੀ ਵੈਬਸਾਈਟ ਜਿੱਦਾਂ clovisglobalacademy.org ਤੇ ਜਾ ਕੇ ਤੁਸੀਂ ਛੋਟੀ ਜਿਹੀ ਐਪਲੀਕੇਸ਼ਨ ਹੈ ਕਿ ਅਸੀਂ ਇੰਟਰਸਟਿਡ ਹਾਂ, ਤੁਸੀਂ ਉਹ ਇਨਫੋਰਮੇਸ਼ਨ ਭਰ ਦਿੰਦੇ। 15 ਅਪ੍ਰੈਲ ਤੋਂ ਬਾਅਦ ਅਸੀਂ ਦੇਖਦੇ ਹਾਂ ਵੀ ਸਾਡੇ ਕੋਲ ਕਿੰਨੀਆਂ ਐਪਲੀਕੇਸ਼ਨਾਂ ਆਈਆਂ ਤੇ ਕਿੰਨੀਆਂ ਸੀਟਾਂ ਨੇ। ਸੋ ਜੇ ਜ਼ਿਆਦਾ ਐਪਲੀਕੇਸ਼ਨਾਂ ਹੋਣ ਤੇ ਯੂਜੂਲੀ ਐਡਮਿਸ਼ਨ ਲੋਟਰੀ ਹੁੰਦੀ ਹੈ, ਉਹ ਲੋਟਰੀ ਲਾਈਵ ਕੀਤੀ ਜਾਂਦੀ ਆ ਤੇ ਉਹਦੇ ਵਿੱਚ ਜਿਹੜੇ ਬੱਚਿਆਂ ਨੂੰ ਸੀਟ ਮਿਲਦੀ ਉਹਨਾਂ ਨੂੰ ਆਫਰ ਦਿੱਤੀ ਜਾਂਦੀ, ਬਾਕੀ ਬੱਚਿਆਂ ਨੂੰ ਵੇਟ ਲਿਸਟ ਤੇ ਰੱਖਿਆ ਜਾਂਦਾ। ਇਨ ਕੇਸ ਕੋਈ ਸੀਟ ਖਾਲੀ ਹੋਵੇ ਫਿਰ ਉਹ ਵੇਟ ਲਿਸਟ ਵਾਲਿਆਂ ਨੂੰ ਵੀ ਚਾਂਸ ਮਿਲ ਜਾਂਦਾ। ਤੇ ਹਰ ਸਾਲ ਇੱਕ ਨਵੀਂ ਲੋਟਰੀ ਜਾਂ ਨਵੀਂ ਵੇਟ ਲਿਸਟ ਬਣਦੀ ਹੈ। ਇਟ ਡਜ਼ਨਟ ਕੈਰੀ ਓਵਰ ਫਰਮ ਈਅਰ ਟੂ ਈਅਰ। ਤੇ ਸਕੂਲ ਬਾਕੀ ਹਰ ਸਕੂਲ ਵਾਂਗੂ ਇਹ ਜਿੱਦਾਂ August ਵਿੱਚ ਅਸੀਂ ਜਿੱਦਾਂ fall ਵਿੱਚ ਸ਼ੁਰੂ ਕਰਦੇ ਹਾਂ, similar schedule to every other public school. Okay. And talking about similar schedule and public system, so how about the transportation? Like I have young kids, so I know what it is. Although sab I prefer karte ne apni vehicle te chhadya jaye bachcha and pick up kita jaye because it's more doable. But for the other people who may not have, जिन्हों को parents को time ना होए या कोई और limitations हों, do you also provide transportation like as a school bus? ਹਾਂਜੀ, ਸੋ ਐਸ ਸਟਾਰਟਿੰਗ ਦਿਸ ਫਾਲ ਸਾਡੇ ਜਿੱਦਾਂ ਸਕੂਲ ਬੱਸ ਅਵੇਲੇਬਲ ਹੋਏਗੀ। ਸੋ ਪੇਰੈਂਟਸ ਜਿਹੜੇ ਆਪਣੀਆਂ ਘਰ ਵਿੱਚ ਕਈ ਵਾਰੀ ਕੋਈ ਡਰਾਈਵ ਨਹੀਂ ਕਰ ਸਕਦਾ ਜਾਂ ਕੋਈ ਸਮੇਂ ਦੀ ਪਾਬੰਦੀ ਹੈ, ਸੋ ਸਕੂਲ ਬੱਸ ਦੀ ਜੋ ਸਹੂਲਤ ਹੈ ਉਹ ਅਵੇਲੇਬਲ ਹੋਏਗੀ। Okay ਜੀ। And another question ਇਹਦੇ ਚ ਰਿਲੇਟਡ ਹੈਗਾ ਜਿਹੜੀ ਪਬਲਿਕ ਸਿਸਟਮ ਸਕੂਲ ਸਿਸਟਮ ਵਿੱਚ meal program ਵੀ ਹੁੰਦੇ ਨੇ ਤੇ it's the same, similar and same to the public system? ਹਾਂਜੀ, ਬਿਲਕੁਲ ਉਹੀ। ਸੋ ਸਕੂਲ ਮੀਲਸ ਪ੍ਰੋਗਰਾਮ ਜਿੱਦਾਂ ਇਸ ਟਾਈਮ ਸਾਰੇ US ਦੇ ਵਿੱਚ ਸਮਰ ਸਕੂਲਸ ਮੀਲ ਪ੍ਰੋਗਰਾਮ ਚੱਲ ਰਿਹਾ ਜਿੱਥੇ ਸਾਰੇ ਬੱਚਿਆਂ ਨੂੰ ਫ੍ਰੀ ਮੀਲਸ ਮਿਲ ਰਹੀਆਂ। ਸੋ ਸਾਡੇ ਸਕੂਲ 'ਚ ਵੀ ਉਹੀ ਪ੍ਰੋਗਰਾਮ ਹੈ। ਐਕਚੁਅਲੀ ਇਸ ਟਾਈਮ ਕਮਿਊਨਿਟੀ 'ਚੋਂ ਵੀ ਕੋਈ ਵੀ ਆ ਕੇ ਸਾਡੇ ਸਕੂਲ 'ਚੋਂ ਮੀਲਸ ਲੈ ਸਕਦਾ ਕਿਉਂਕਿ ਪੂਰੇ US ਦੇ ਵਿੱਚ US ਡਿਪਾਰਟਮੈਂਟ ਆਫ ਐਗਰੀਕਲਚਰ ਨੇ ਪ੍ਰੋਗਰਾਮ ਚਲਾਇਆ। ਬਟ ਰੈਗੂਲਰ ਸਕੂਲ ਈਅਰ ਦੇ ਵਿੱਚ ਉਹਨੂੰ ਆਪਾਂ ਜਿਹਨੂੰ ਕਹਿੰਦੇ ਨੈਸ਼ਨਲ ਸਕੂਲ ਲੰਚ ਪ੍ਰੋਗਰਾਮ,
ਸੋ ਉਹਦੇ ਵਿੱਚ ਇਨਕਮ ਦੇ ਹਿਸਾਬ ਨਾਲ ਜਿਹੜੀਆਂ ਫੈਮਲੀਜ਼ ਦੀ ਇਨਕਮ ਘੱਟ ਹੁੰਦੀ ਉਹਨਾਂ ਨੂੰ ਫ੍ਰੀ ਮੀਲਸ ਮਿਲਦੀਆਂ ਜੀ ਜਾਂ ਰਿਡਿਊਸਡ ਪ੍ਰਾਈਸ ਤੇ ਮੀਲਸ ਮਿਲਦੀਆਂ ਜੀ ਤੇ ਜਿਨ੍ਹਾਂ ਦੀ ਇਨਕਮ ਜ਼ਿਆਦਾ ਹੁੰਦੀ ਹੈ ਉਹ ਵੀ ਮੀਲਸ ਲੈ ਸਕਦੇ ਆ ਦੇ ਜਸਟ ਹੈਵ ਟੂ ਉਹਨਾਂ ਨੂੰ ਅਕਾਊਂਟ ਕ੍ਰੀਏਟ ਕਰਕੇ ਨਾਲ ਪੇ ਕਰਨਾ ਪੈਂਦਾ ਹੈ ਜੀ ਸੋ ਜਸਟ ਲਾਈਕ ਐਨੀ ਕਿਸੇ ਵੀ ਪਬਲਿਕ ਸਕੂਲ ਵਾਂਗੂ ਇੱਥੇ ਵੀ ਮੀਲਸ ਪ੍ਰੋਗਰਾਮ ਜਿਹੜਾ ਸਾਡਾ ਚਲਾਇਆ ਜਾਂਦਾ ਹੈ ਜੀ ਐਂਡ ਤੁਹਾਡੇ ਕੋਲ ਪੁੱਛਣਾ ਚਾਹਾਂਗੇ ਕਿ ਰਾਈਟ ਨਾਓ ਕਿੰਨੇ ਸਟੂਡੈਂਟ ਤੁਹਾਡੇ ਕੋਲ ਇਨਰੋਲ ਹੈਗੇ ਨੇ ਐਂਡ ਵਾਟ ਆਰ ਯੋਰ ਫਿਊਚਰ ਪਲਾਨਸ ਜੀ ਸੋ ਜੋ ਕਲੋਵਿਸ ਗਲੋਬਲ ਅਕੈਡਮੀ ਇਹ ਸਕੂਲ ਫ੍ਰੈਸਨੋ ਕਾਉਂਟੀ ਆਫਿਸ ਆਫ ਐਜੂਕੇਸ਼ਨ ਵੱਲੋਂ ਅਪਰੂਵ ਹੋਇਆ ਅਸੀਂ 2020 ਦੇ ਵਿੱਚ ਅਗਸਤ 2020 ਦੇ ਵਿੱਚ ਇਹ ਸਕੂਲ ਖੋਲ੍ਹਿਆ ਜੀ ਪੈਂਡੈਮਿਕ ਦੇ Okay. ਬਿਲਕੁਲ Right in the middle ਦੇ middle of ਵਿੱਚ the pandemic. ਸੋ ਕਾਫੀ ਸਾਡੀ ਟੀਮ ਜਿਹੜੀ ਹੈ ਉਹਨਾਂ ਨੂੰ ਦਾਤ ਦਿੰਦੇ ਆ ਵੀ ਤੇ ਸਾਡੇ ਪੇਰੈਂਟਸ ਜਿਨ੍ਹਾਂ ਨੇ ਸਾਡੇ ਤੇ ਵਿਸ਼ਵਾਸ ਕੀਤਾ ਜੀ ਸੋ ਕਿਉਂਕਿ ਇਹ ਡੂਅਲ ਇਮਰਸ਼ਨ ਪ੍ਰੋਗਰਾਮ ਹੈ ਜਿਸ ਸਪੈਨਿਸ਼ ਇੰਗਲਿਸ਼ ਸ਼ੁਰੂ ਤੋਂ ਸਿਖਾਈ ਜਾਂਦੀ ਹੈ ਤੇ ਜ਼ਰੂਰੀ ਹੈ ਕਿ ਬੱਚਿਆਂ ਨੂੰ ਛੋਟੇ ਹੁੰਦੇ ਤੋਂ ਇਹ ਜਿਸ ਇਨਵਾਈਟ ਤਰ੍ਹਾਂ ਕੀਤੀ ਜਾਏ ਰਾਈਟ ਸੋ ਅਸੀਂ ਕਿੰਡਰਗਾਰਟਨ ਤੇ ਫਰਸਟ ਗ੍ਰੇਡ ਨਾਲ ਸਕੂਲ ਖੋਲਿਆ ਜਦੋਂ ਜੀ ਸਾਡੇ ਕੋਲ 80 ਬੱਚੇ ਸੀਗੇ ਉਸ ਟਾਈਮ ਤੇ 81 ਨਾਈਸ ਤੇ ਹੁਣ ਉਹ ਇਸ ਸਾਲ ਅਸੀਂ ਜਿੱਦਾਂ ਸਾਡੇ ਫਰਸਟ ਗ੍ਰੇਡ ਵਾਲੇ ਬੱਚੇ ਸੈਕੰਡ ਗ੍ਰੇਡ 'ਚ ਜਾਣਗੇ ਇਸੇ ਤਰ੍ਹਾਂ ਅਸੀਂ 8ਵੀਂ ਤੱਕ ਇਹ ਸਕੂਲ ਅਪਰੂਵਡ ਹੈ ਅਸੀਂ ਹਰ ਸਾਲ ਇੱਕ ਗ੍ਰੇਡ ਐਡ ਕਰਾਂਗੇ ਸੋ ਇਸ ਸਾਲ ਅਸੀਂ ਜਿਸ ਤਰ੍ਹਾਂ ਸੈਕੰਡ ਗ੍ਰੇਡ ਖੋਲ ਦੇਣਾ ਤੇ ਸਾਡੇ ਕੋਲ ਜਿੱਦਾਂ 150 ਬੱਚੇ ਜੋ ਹੈ ਇਸ ਸਾਲ ਹੁਣ ਹੋ ਜਾਣਗੇ ਬਹੁਤ ਉਹਦੇ ਸਾਲ ਵਧੀਆ। ਸੋ ਇਦਾਂ ਹੀ ਇਹ ਗਰੋ ਕਰਦਾ ਰਹੇਗਾ ਆਪਣੀ ਪੀਕ ਕਪੈਸਿਟੀ ਤੇ ਜਦ ਤੱਕ ਅਸੀਂ 8ਵੀਂ ਤੱਕ ਪਹੁੰਚ ਜਾਾਂਗੇ ਸੋ ਐਨੀਵੇਅਰ ਫਰਮ 470 ਤੋਂ 500 ਤੱਕ ਜੋ ਜਿਹੜੀ ਤੁਹਾਡੀ full capacity ਫੁੱਲ ਕਪੈਸਿਟੀ and koi extracurricular activities ਜਿਹੜੀਆਂ I understand public system school system ਚ ਹੁੰਦੀਆਂ ਨੇ but because it's globally culturally more open school so ਕੋਈ ਇਦਾਂ ਦੇ events ਤੁਹਾਡੇ plan ਕੀਤੇ ਹੋਏ ਨੇ ਜਾਂ you know you've thought about it ਕੋਈ ਸਪੈਨਿਸ਼ ਓਰੀਐਂਟਡ ਜਿੱਦਾਂ ਤੁਸੀਂ ਉਹਨੇ ਮੈਨੂੰ ਦੱਸ ਰਹੇ ਸੀ ਸਾਰਿਆਂ ਨੂੰ ਦੱਸ ਰਹੇ ਸੀ ਕਿ ਜੇ ਕੋਈ ਗੁਲਾਬ ਦਾ ਫੁੱਲ ਦੇਖਦਾ ਹੈ ਤੇ you know a person who's having one would say rose other person will understand more in depth about it ਸੋ ਇਦਾਂ ਹੀ ਕੋਈ ਪੰਜਾਬੀ ਕਲਚਰ ਉੱਤੇ ਕੋਈ ਸਪੈਸ਼ਲ ਇਵੈਂਟਸ ਜਾਂ ਕੋਈ ਹਿਸਪੈਨਿਕ ਕਲਚਰ ਉੱਤੇ ਕੋਈ ਸਪੈਸ਼ਲ ਜੀ। ਇਵੈਂਟ ਕ੍ਰੀਏਟ ਕੀਤੇ ਨੇ ਜਾਂ ਅੱਗੇ ਫਿਊਚਰ ਚ ਕਰਨ ਦਾ ਪਲਾਨ ਹੈ ਜੀ ਇਹ ਐਕਚੁਅਲੀ ਬਹੁਤ ਇੰਟਰਸਟਿੰਗ ਸਵਾਲ ਹੈ ਸੋ ਸਾਡੇ ਸਕੂਲ ਦੀ ਜਿਹੜੀ ਅਪਰੋਚ ਹੈ ਅਸੀਂ ਥੋੜਾ ਕੋਵਿਡ ਕਰਕੇ ਸਭ ਕੁਝ ਨਹੀਂ ਕਰ ਪਾਏ ਜਿਵੇਂ ਪਹਿਲੇ ਸਾਲ ਜੀ ਬਟ ਜਿੱਦਾਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਹੈ ਕਿ ਗਲੋਬਲ ਕਲਚਰਸ ਕਰਕੇ ਇੱਕ ਫਰੇਮਵਰਕ ਬਣਾਇਆ ਗਿਆ ਸਕੂਲ ਦੇ ਵਿੱਚ ਸੋ ਐਕਚੁਅਲੀ ਇਸ ਸਕੂਲ ਦੇ ਵਿੱਚ ਜੋ ਹੋ ਰਿਹਾ ਹੈ ਕਿ ਹਰ ਰੋਜ਼ ਬੱਚੇ ਨੂੰ ਇੱਕ ਮਾਹੌਲ ਤੇ ਓਪਰਚ्युनिटी ਮਿਲਦੀ ਹੈ ਆਪਣੇ ਕਲਚਰ ਬਾਰੇ ਜਾਣਨਾ ਜਾਂ ਦੂਸਰਿਆਂ ਬਾਰੇ ਜਾਣਨਾ ਸੋ ਇੱਥੇ ਇਸ ਤਰ੍ਹਾਂ ਨਹੀਂ ਵੀ ਸਿਰਫ ਆਫ ਕੋਰਸ ਅਸੀਂ ਸਪੈਸ਼ਲ ਇਵੈਂਟਸ ਮੈਂ ਉਹਦੇ ਬਾਰੇ ਕਰਾਂਗਾ ਜ਼ਿਕਰ ਜੀ ਬਟ ਇਹ ਮੈਂਸ਼ਨ ਕਰਨਾ ਚਾਹੁੰਦਾ ਕਿ ਵੀ ਆਮ ਸਕੂਲਾਂ ਵਾਂਗੂ ਨਹੀਂ ਵੀ ਇੱਕ ਸਾਲ 'ਚ ਇੱਕ ਦਿਨ ਜਿੱਦਾਂ ਤੁਸੀਂ ਡਰੈਸ ਅਪ ਜੀ, ਕਰਕੇ ਆਪਣੇ yes, ਕਲਚਰਲ ਡਰੈਸ 'ਚ ਪਾ ਕੇ ਆ ਜਾਓ ਕਲਚਰਲ ਡੇ ਜਾਂ ਇੱਕ ਦਿਨ ਤੁਸੀਂ ਮੱਕੀ ਦੀ ਰੋਟੀ ਤੇ ਸਾਗ ਲੈ ਆਓ ਜੀ, ਜਾਂ ਜੀ, ਸਮੋਸੇ ਲੈ ਆਓ like a party. ਇਦਾਂ ਨਹੀਂ ਹੈਗਾ ਸਾਡੇ ਜੀ, ਸਕੂਲ ਜੀ, 'ਚ ਇੱਥੇ ਇਟਸ every day so every day you are given the message you are beautiful the way you are ਤੁਸੀਂ ਜਿਸ ਤਰ੍ਹਾਂ ਦੇ ਵੀ ਹੋ ਬਹੁਤ ਸੋਹਣੇ ਹੋ ਰਾਈਟ ਜਿਹੜੀ ਵੀ ਤੁਸੀਂ ਮਹਿਕ ਲੈ ਕੇ ਆ ਰਹੇ ਹੋ ਇਸ ਬਾਗ ਦੇ ਵਿੱਚ ਉਹਨਾਂ ਨੂੰ ਐਵਰੀ ਡੇ ਉਹ ਜਿਹੜੀ ਮੈਸੇਜ ਮਿਲਦਾ ਥਰੂ ਡਿਫਰੈਂਟ ਤਰੀਕੇ ਨਾਲ ਸੋ ਗਲੋਬਲ ਕਲਚਰਸ ਸਪੈਸ਼ਲੀ ਅਸੀਂ ਉਹ ਪੀਰੀਅਡ ਰੱਖਿਆ ਉਹਦੇ ਵਿੱਚ ਬੱਚਿਆਂ ਨੂੰ ਮੌਕਾ ਮਿਲਦਾ ਉਹਨਾਂ ਨੂੰ ਇਨਕਰੇਜ ਕੀਤਾ ਜਾਂਦਾ ਉਹਨਾਂ ਦੇ ਟੀਚਰਸ ਕਹਿੰਦੇ ਵੀ ਆਪਣੀ ਕਲਚਰ ਬਾਰੇ ਦੱਸੋ ਆਪਣੀ ਭਾਸ਼ਾ ਬੋਲੋ ਜੀ ਸੋ ਸਿਰਫ ਅਸੀਂ ਪੰਜਾਬੀ ਤੇ ਨਹੀਂ ਅਸੀਂ ਇਹ ਫੋਕਸ ਰੱਖ ਅਸੀਂ ਕਿਹਾ ਵੀ ਜੇ ਕੋਈ ਬੱਚਾ ਮੌਂਗ ਬੋਲਦਾ ਕਰੇ ਜੀ ਉਹਨੂੰ ਇਨਕਰੇਜ ਕੀਤਾ ਜਾਵੇ ਕਿ ਵਾਈ ਡੋਨਟ ਯੂ ਸ਼ੇਅਰ ਦਿਸ ਵਿਦ ਯੂਰ ਫਰੈਂਡਸ that's great if anything tell them how to count ji ji You know? and they become more They comfortable in their comfortable, skin yes. correct So they feel more comfortable with what their natural environment is ਕਿਉਂਕਿ doesn't matter ਬੱਚਾ ਜਿੱਥੋਂ ਵੀ ਆ ਰਿਹਾ ਹੈ ਸਾਲ ਦੇ ਕਿਸੇ ਦੀ ਵੀ ਬੱਚੇ ਦੀ ਉਮਰ ਦੇ ਪਹਿਲੇ 5 ਸਾਲ ਤਾਈਂ ਅਸੀਂ ਕਹਿੰਦੇ ਮਾਂ ਬੋਲੀ ਜੀ ਮਾਂ ਬੋਲੀ ਇਸ ਲਈ ਕਹਿੰਦੇ ਕਿਉਂਕਿ ਮਾਵਾਂ ਨੇ ਬੋਲੀ ਸਿਖਾਈ ਹੁੰਦੀ ਹੈ। ਬਿਲਕੁਲ ਤੇ ਉਹ ਬੱਚੇ ਦੇ ਅੰਦਰ ਬਹੁਤ ਡੂੰਘੀ ਬੈਠੀ ਹੁੰਦੀ ਹੈ ਚੀਜ਼ ਜੀ ਤੇ ਅਸੀਂ ਉਸ ਚੀਜ਼ ਨੂੰ ਜੇ ਯੂਟਿਲਾਈਜ਼ ਨਹੀਂ ਕਰਦੇ ਜੇ ਅਸੀਂ ਉਹਨੂੰ ਬਿਲਕੁਲ ਸਾਈਡ ਤੇ ਕਰ ਦਿੰਦੇ ਆ ਤੇ ਅਸੀਂ ਜੋ ਇੰਨੀ ਮਿਹਨਤ ਜਿਹੜੀ ਹੋਈ ਹੈ ਬੱਚੇ ਨੂੰ ਬੀਜ ਜਿਹੜਾ ਰੱਖਿਆ ਗਿਆ ਅਸੀਂ ਉਹਦਾ ਜਿਹੜਾ ਫਾਇਦਾ ਨਹੀਂ ਉਠਾ ਰਹੇ ਸੋ ਅਸੀਂ ਚਾਹੁੰਦੇ ਜਿਹੜਾ ਵੀ ਬੱਚਾ ਇੱਥੇ ਆਏ ਉਹਦੇ 'ਚ ਜਿਹੜਾ ਮਾਂ ਬੋਲੀ ਦਾ ਬੀਜ ਹੈ ਉਹਨੂੰ ਸਿੰਚਿਆ ਜਾਵੇ ਤੇ ਉਹ ਵੱਡਾ ਹੋਵੇ ਉਹਦੇ ਨਾਲ ਉਹਨੂੰ ਹੋਰ ਬਹੁਤ ਕੁਝ ਸਿਖਾਇਆ ਜਾ ਸਕਦਾ ਜੀ ਸੋ ਐਂਡ ਮਤਲਬ ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ ਇੰਨੇ ਐਕਸਟੈਂਸਿਵ ਵਿੱਚ ਸ਼ਾਇਦ ਕਾਫੀ ਚੀਜ਼ਾਂ ਮੈਨੂੰ ਵੀ ਕੁਝ ਪਤਾ ਲੱਗੀਆਂ ਕਿ ਜਿਹੜੀਆਂ ਮੈਨੂੰ ਪਹਿਲੇ ਪਤਾ ਨਹੀਂ ਸੀਗੀਆਂ ਤੇ ਤੁਸੀਂ ਸਾਡੇ ਦਰਸ਼ਕਾਂ ਵਾਸਤੇ ਕੋਈ ਮੈਸੇਜ ਦੇਣਾ ਚਾਹੋਗੇ ਆਈ ਨੋ ਤੁਸੀਂ ਸਾਨੂੰ ਬਹੁਤ
ਐਕਸਟੈਂਸਿਵਲੀ ਦੱਸਿਆ ਪੂਰਾ ਸਿਸਟਮ। ਆਮ ਸ਼ੋਰ ਕਿ ਕਈ ਜਿਹੜੇ ਦਰਸ਼ਕ ਹੈਗੇ ਨੇ ਐਂਡ ਜਿਨ੍ਹਾਂ ਦੇ ਬੱਚੇ ਕਿੰਡਰਗਾਰਟਨ ਜਾਂ ਫਰਸਟ ਔਰ ਸੈਕੰਡ ਗ੍ਰੇਡ ਤੱਕ ਜਿੱਦਾਂ ਤੁਸੀਂ ਦੱਸ ਰਹੇ ਹੋ ਐਲੀਜੀਬਲ ਨੇ would like to talk to you। ਸੋ ਅਸੀਂ ਵੈਬਸਾਈਟ ਤੇ ਤੁਹਾਡੀ ਫਲੈਸ਼ ਕਰ ਹੀ ਰਹੇ ਹੈਗੇ ਆ ਐਂਡ ਤੁਹਾਡਾ ਫੋਨ ਨੰਬਰ ਵੀ ਪਾ ਦਾਂਗੇ ਤੇ ਕੁਝ ਹੋਰ ਤੁਸੀਂ ਸਾਡੇ ਦਰਸ਼ਕਾਂ ਵਾਸਤੇ ਐਜ਼ ਅ ਫਾਈਨਲ ਕਮੈਂਟ ਕੁਝ ਸ਼ੇਅਰ ਕਰਨਾ ਚਾਹੋਗੇ? ਹਾਂਜੀ, ਮੈਂ ਬਸ ਬੇਨਤੀ ਕਰਾਂਗਾ ਕਿ ਸਾਡੇ ਲਈ ਸਾਰੇ ਬੱਚੇ ਇੱਕੋ ਜਿਹੇ ਨੇ। ਤੁਹਾਡੇ ਬੱਚੇ ਸਾਡੇ ਇੱਕੋ, ਮੇਰੀਆਂ ਆਪਣੀਆਂ ਬੇਟੀਆਂ ਸਕੂਲ 'ਚ ਪੜ੍ਹਦੀਆਂ ਨੇ ਦੋਨੋਂ, ਤੇ ਜਿਹੜੀਆਂ ਛੋਟੀਆਂ। ਤੇ ਜੇ ਤੁਹਾਡਾ ਬੱਚਾ ਛੋਟਾ ਹੈ ਹਜੇ, ਤੁਸੀਂ ਦੇਖ ਰਹੇ ਹੋ ਇੱਕ ਸਕੂਲ ਆਪਸ਼ਨ ਜਿਹਦੇ 'ਚ ਬੱਚਾ 21st ਸੈਂਚੁਰੀ ਲਈ ਰੈਡੀ ਹੋਵੇ, ਸੋ ਐਕੈਡੈਮਿਕਲੀ, ਔਰ ਮੈਂ ਤੁਹਾਨੂੰ ਗਾਰੰਟੀ ਕਰ ਸਕਦਾ ਕਿ ਕੋਈ ਵੀ ਡੂਅਲ ਇਮਰਜਨ ਪ੍ਰੋਗਰਾਮ ਐਕੈਡੈਮਿਕਲੀ ਬਹੁਤ ਸਟਰੋਂਗ ਹੁੰਦਾ compared to any other program। So it's one of the goals। So ਜੇ ਤੁਹਾਨੂੰ ਲੱਗਦਾ ਹੈ ਵੀ ਐਜ਼ ਅ ਪੇਰੈਂਟ, ਕਿਉਂਕਿ ਪੇਰੈਂਟ ਅਲਟੀਮੇਟਲੀ ਡਿਸਾਈਡ ਕਰਦਾ ਵੀ ਉਹਦੇ ਬੱਚੇ ਦਾ ਕੀ ਰਸਤਾ ਹੈ ਜ਼ਿੰਦਗੀ ਦੇ ਵਿੱਚ। ਜੇ ਐਜ਼ ਅ ਪੇਰੈਂਟ ਤੁਸੀਂ ਫੀਲ ਕਰਦੇ ਹੋ ਕਿ ਅਸੀਂ ਆਪਣੇ ਬੱਚੇ ਨੂੰ ਚਾਹੁੰਦੇ ਹਾਂ ਕਿ ਉਹ ਵੱਡਾ ਹੋਵੇ, ਮਲਟੀਪਲ ਲੈਂਗੁਏਜਸ ਉਹਦੇ ਕੋਲ ਹੋਣ, ਤਾਂ ਕਿ ਉਹ ਇੱਕ ਗਲੋਬਲ ਸਿਟੀਜ਼ਨ ਬਣ ਸਕੇ, ਇੱਕ ਗਲੋਬਲੀ ਮਾਈਂਡਡ ਸਿਟੀਜ਼ਨ ਬਣ ਸਕੇ, ਉਹਦੀ ਸੋਚ ਵੱਡੀ ਹੋਵੇ, ਉਹ ਵੱਡੇ ਪੱਧਰ ਤੇ ਸੋਚ ਸਕਦਾ ਹੋਵੇ ਤੇ ਸੋਸਾਇਟੀ ਨੂੰ ਕੰਟਰੀਬਿਊਟ ਕਰ ਸਕਦਾ ਹੋਵੇ। ਤੇ ਇਸ ਤੋਂ ਇਲਾਵਾ ਸਾਡਾ ਜਿਹੜਾ ਪੜ੍ਹਾਉਣ ਦਾ ਤਰੀਕਾ ਇੱਥੇ ਬਹੁਤ ਇਨਕੁਆਇਰੀ ਬੇਸਡ ਲਰਨਿੰਗ ਹੈ। ਬੱਚਿਆਂ ਨਾਲ ਕਨੈਕਟ ਕਰਕੇ ਉਹਨਾਂ ਨੂੰ ਕੁਐਸਚਨਸ ਪੁੱਛ ਕੇ, ਸੋ ਦੇ ਬਿਕਮ ਥਿੰਕਰਸ, ਦੇ ਬਿਕਮ ਪ੍ਰੋਬਲਮ ਸੋਲਵਰਸ ਹੇਅਰ, ਦੇ ਲਰਨ ਟੂ ਵਰਕ ਵਿਦ ਅਦਰਸ ਔਨ ਅ ਡੇ ਟੂ ਡੇ ਬੇਸਿਸ। ਤੀਸਰੀ ਚੀਜ਼ ਜਿਹੜੀ ਮੈਂ ਥਰਡ ਪਿਲਰ ਜਿਹੜਾ ਸਾਡਾ ਹੈਗਾ, ਮੈਂ ਦੱਸਾਂ ਉਹਦੇ ਬਾਰੇ, ਕਿ ਸੋਸ਼ਲ ਇਮੋਸ਼ਨਲ ਹੈਲਥ। ਇਸ ਸਾਡੇ ਸਕੂਲ 'ਚ ਮਾਈਂਡਫੁਲਨੈਸ ਤੇ ਬਹੁਤ ਸਟ੍ਰੈਸ ਹੈ। ਸੋ ਐਵਰੀ ਮਾਰਨਿੰਗ 20 ਮਿੰਟਸ ਇਨ ਦ ਮਾਰਨਿੰਗ ਬੱਚੇ ਥਰੂ ਮੂਵਮੈਂਟਸ, ਬਰੀਥਿੰਗ ਐਕਸਰਸਾਈਜ਼, they learn to focus, they learn to pay attention। So ਅਸੀਂ ਇੱਥੇ ਉਹਨਾਂ ਨੂੰ, ਬੱਚਿਆਂ ਨੂੰ ਇਹ ਵੀ ਟੂਲਸ ਦਿੰਦੇ ਹਾਂ ਕਿ ਆਪਣੀ ਇਮੋਸ਼ਨਲ ਹੈਲਥ ਨੂੰ ਕਿੱਦਾਂ ਮੇਨਟੇਨ ਕਰਨਾ ਹੈ, ਤਾਂ ਕਿ ਉਹਨਾਂ ਦਾ ਅੰਦਰ ਜੋ ਹੈ ਉਹ ਸਟਰੋਂਗ ਰਹੇ। ਉਹਨਾਂ ਕੋਵਿਡ ਨੇ ਸਾਨੂੰ ਸਿਖਾਇਆ ਕਿ ਸਾਨੂੰ ਅੰਦਰ ਸਟਰੋਂਗ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਜ਼ਿੰਦਗੀ 'ਚ ਕੋਈ ਵੀ ਉਤਾਰ ਚੜਾਵਾ ਸਕਦੇ। ਸੋ ਇਕੱਲੇ ਜੋ ਸਿਰਫ ਆਪਾਂ ਪੜ੍ਹਾਈ 'ਚ ਗ੍ਰੇਡ ਲੈ ਕੇ ਇਨਕੰਪਲੀਟ ਹੈ, that's not enough। ਇਟਸ ਦ ਹੋਲ ਚਾਈਲਡ ਅਪਰੋਚ। ਸੋ ਇਹ ਵੀ ਹੈ ਸਕੂਲ 'ਚ ਬਹੁਤ ਇੱਕ ਵੱਡੀ ਚੀਜ਼ ਹੈ। ਬਾਕੀ ਬਹੁਤ ਪਿਆਰ ਵਾਲਾ ਮਾਹੌਲ ਹੈ, ਥੋੜਾ ਸਮਾਲ ਸਕੂਲ ਇਨਵਾਇਰਨਮੈਂਟ ਕਰਕੇ ਥੋੜਾ ਫੈਮਿਲੀ ਟਾਈਪ ਇਨਵਾਇਰਨਮੈਂਟ ਜ਼ਿਆਦਾ ਹੈ। ਸੋ ਐਜ਼ ਅ ਪੇਰੈਂਟ ਜੇ ਤੁਹਾਡੀ ਇਸ ਚੀਜ਼ ਨੂੰ ਤੁਸੀਂ ਭਾਲ ਰਹੇ ਹੈ ਤੇ ਇਹ ਸਕੂਲ ਤੁਹਾਡੇ ਲਈ ਬਹੁਤ ਚੰਗਾ ਹੈ। ਸੋ ਆਈ ਥਿੰਕ ਸਾਰਿਆਂ ਨੂੰ ਜੀ ਆਇਆਂ ਨੂੰ ਇੱਥੇ। ਇਟਸ ਅ ਪਬਲਿਕ ਸਕੂਲ, ਓਪਨ, ਆਪ ਵੀ ਆਓ, ਹੋਰਨਾਂ ਵੀ ਦੱਸੋ। ਤੇ ਬਹੁਤ ਸੋਹਣੀ ਇੱਥੇ ਕਮਿਊਨਿਟੀ ਬਣ ਰਹੀ ਹੈ। ਸਾਡੇ ਕੋਲ ਹਰ ਤਰ੍ਹਾਂ ਦਾ ਬੱਚਾ, ਹਰ ਤਰ੍ਹਾਂ ਦੀ ਕਮਿਊਨਿਟੀ ਮੈਂਬਰ ਇੱਥੇ ਆਉਂਦਾ, ਤੇ ਬਹੁਤ ਹੀ ਸੋਹਣਾ ਪਰਿਵਾਰ ਜਿਹੜਾ ਕਲੋਵਿਸ ਗਲੋਬਲ ਅਕੈਡਮੀ ਦਾ ਬਣ ਰਿਹਾ। ਤੇ ਅਸੀਂ ਬਸ ਬਹੁਤ ਪਿਆਰ ਨਾਲ, ਬਹੁਤ ਨਿੱਘੀ ਜੀ ਆਇਆਂ ਨੂੰ ਸਾਰਿਆਂ ਨੂੰ ਕਹਿੰਦੇ ਹਾਂ। ਸਾਨੂੰ ਸੇਵਾ ਦਾ ਮੌਕਾ ਬਖਸ਼ੋ ਤੇ ਤਾਂ ਕਿ ਅਸੀਂ ਬੱਚਿਆਂ ਨੂੰ ਫਲ ਦਾ ਬੁੱਧਾ ਦੇਖ ਸਕੀਏ। ਕੈਲੀਫੋਰਨੀਆ ਤੋਂ ਕਮਲ ਕੌਰ ਦੀ ਰਿਪੋਰਟ, ਚੜ੍ਹਦੀ ਕਲਾ ਟਾਈਮ TV।